ਆਪਾਂ ਅਸਲ ਵਿੱਚ ਸਾਰਿਆਂ ਨੇ ਗੱਲਾਂ ਰੋਲ ਦਿੱਤੀਆਂ ਬਿਲਕੁਲ ਹੀ। ਜੇ ਤਾਬਿਆ ਬਹਿਣਾ, ਹੁਣ ਵੀ ਤੁਸੀਂ ਮਹਾਰਾਜ ਜੀ ਤੋਂ ਬਹੁਤ ਕੁਝ ਲੈ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠ ਕੇ ਹੁਣ ਘੱਟ ਤੋਂ ਘੱਟ, ਜਿਵੇਂ 33% ਨੰਬਰ ਤੇ ਪਾਸ ਹੁੰਦਾ ਵਿਦਿਆਰਥੀ, ਬਸ ਘੱਟ ਤੋਂ ਘੱਟ ਅੱਧਾ ਘੰਟਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਜ਼ਰੂਰ ਕਰੋ। ਬਸ ਇੰਨੇ 'ਚ ਹੀ ਕਿਰਪਾ ਹੋ ਜਾਣੀ ਹੈ। ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ, ਚਾਹੇ ਮੂਲ ਮੰਤਰ ਚਾਹੇ ਜਪਜੀ ਸਾਹਿਬ ਦਾ ਇੱਕ ਪਾਠ ਕਰ ਦਿਓ। ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਚੌਰ ਸਾਹਿਬ ਕਰਨ ਨਾਲ ਹੀ ਕਿਰਪਾ ਹੋ ਜਾਂਦੀ। ਨਹੀਂ ਬੈਠ ਸਕਦੇ ਚੌਰ ਕਰਨ ਤਾਂ ਕੋਲੇ ਬਹਿ ਕੇ ਵਾਹਿਗੁਰੂ ਵਾਹਿਗੁਰੂ। ਆ ਸ੍ਰੀ ਹਰਗੋਬਿੰਦਪੁਰ ਸਾਹਿਬ ਭਾਈ ਗੋਪਾਲਾ ਜੀ ਨੇ ਕਿਹਾ ਸੀ ਵੀ ਜਪਜੀ ਸਾਹਿਬ ਦਾ ਪਾਠ 10 ਸੁਣਾਏਗਾ। ਇੱਕ ਜਪਜੀ ਸਾਹਿਬ ਨਾਲ ਗੁਰਤਾ ਗੱਦੀ ਦੇਣ ਨੂੰ ਤਿਆਰ ਹੋ ਗਏ ਮਹਾਰਾਜ। ਚਲੋ ਖੈਰ ਉਹਨਾਂ ਨੇ ਫੁਰਨਾ ਹੋਰ ਕਰ ਲਿਆ। ਮਹਾਰਾਜ ਕਹਿੰਦੇ ਤੈਨੂੰ ਬ੍ਰਹਮ ਗਿਆਨ ਮਿਲੇ, ਤੇਰੀਆਂ 21 ਕੁਲਾਂਤਾਂ ਨੂੰ ਤੈਨੂੰ ਆਹ ਮਿਲੇ ਆਹ ਮਿਲੇ, ਬਹੁਤ ਕੁਝ ਦਿੱਤਾ ਸਤਿਗੁਰੂ। ਉਹ ਇੱਕ ਸਾਡੇ ਲਈ ਪ੍ਰਮਾਣ ਉਦਾਹਰਨ ਸਾਖੀ ਬਣਾਈ ਵੀ ਜੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਇੱਕ ਜਪਜੀ ਸਾਹਿਬ ਰੋਜ਼ ਕਰ ਦੇਵੇਗਾ ਤਾਂ ਉਹਨੂੰ ਵੀ ਬਹੁਤ ਕੁਝ ਦੇ ਦਿਆਂਗੇ। 5 ਬਾਣੀਆਂ ਤਾਬਿਆ ਬਹਿ ਕੇ ਕਰ ਲਿਆ ਕਰੋ, 5 ਬਾਣੀਆਂ ਕੋਲ ਬਹਿ ਕੇ ਸੁਣਾ ਦਿਆ ਕਰੋ। ਸੁਖਮਨੀ ਸਾਹਿਬ ਸੁਣਾ ਦਿਆ ਕਰੋ ਮਹਾਰਾਜ ਨੂੰ। ਮਹਾਰਾਜ ਨੂੰ ਤੁਸੀਂ ਸਮਝਦੇ ਹੋ ਮਹਾਰਾਜ ਇੱਕ ਕੀ ਆ, ਕਿਤਾਬ ਨਹੀਂ ਹੈਗੀ, ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਹੈ। ਉਹ ਜੇ ਕੋਈ ਤੁਹਾਨੂੰ ਗਲਤ ਪ੍ਰਚਾਰ ਕਰਕੇ ਗਲਤ ਪਾਸੇ ਲੈ ਕੇ ਜਾ ਰਿਹਾ, ਨਾ ਜਾਓ। ਇੱਕ ਚੀਜ਼ ਹੁੰਦੀ ਹੈ, ਇਹ ਐ ਹੁੰਦਾ ਵੀ ਕਈ ਵਾਰ ਨਾ ਅਸੀਂ ਇੱਥੇ ਤਾਂ ਪਤਾ ਰੈੱਡ ਲਾਈਟ ਕਿੰਨੀਆਂ ਕਿ ਤੁਹਾਡੇ ਹੋਣਗੀਆਂ, ਪਟਿਆਲੇ ਅਸੀਂ ਇਹ ਕਹਿੰਦੇ ਨੇ ਵੀ ਯਾਰ ਰੈੱਡ ਲਾਈਟ ਆ ਨਾ ਖੜਨਾ ਹੀ ਪੈਂਦਾ। ਵੱਡਿਆਂ ਸ਼ਹਿਰਾਂ 'ਚ ਤੇ ਕਈ ਵਾਰ 2-2 ਮਿੰਟ ਦੀ ਰੈੱਡ ਲਾਈਟ ਹੁੰਦੀ ਹੈ। ਆ ਦਿੱਲੀ ਦੇ ਵਿੱਚ, ਲੁਧਿਆਣੇ ਵਿੱਚ, ਜਲੰਧਰ ਵਿੱਚ 2 ਮਿੰਟਾਂ ਵੇਟ ਖੜੇ ਜਾਓ, ਪਰ ਜਦੋਂ ਹਰੀ ਹੋ ਜਾਂਦੀ ਫਿਰ ਆਪਾਂ ਲੰਘ ਜਾਂਦੇ। ਉਹ ਗੁਰਮੁਖੋ ਹਲੇ ਰੈੱਡ ਲਾਈਟ ਆ ਬਾਪੂ ਦੀ। ਬੈਠਾ ਤਾਂ ਬਹੁਤ ਕੁਛ ਆ, ਬਹੁਤ ਸਿੰਘ ਬੈਠੇ ਨੇ ਜਿਹੜੇ ਐ ਮਲ ਦੇਣ, ਸਭ ਕੁਝ ਫੜ ਕੇ ਹੀ ਮਲ ਦੇਣ, ਪਰ ਰੈੱਡ ਲਾਈਟ ਹੈ। ਮਹਾਰਾਜ ਕਹਿੰਦੇ ਨਹੀਂ ਕਰਨਾ। ਮਹਾਰਾਜ ਹੁਣ ਤਾਂ ਆਗਿਆ ਦੇ ਦਿਓ, ਕਹਿੰਦੇ ਨਹੀਂ ਕਰਨਾ ਹਲੇ। ਜਿਸ ਦਿਨ ਪਰਮਿਸ਼ਨ ਮਿਲੀ ਆ ਨਾ, ਜਿਸ ਦਿਨ ਮਿਲ ਗਈ ਕਿਤੇ, ਮੈਨੂੰ ਉਮੀਦ ਆ ਛੇਤੀ ਮਿਲ ਜੂਗੀ। ਇਹ ਤੁਸੀਂ ਡਿੱਗਦੇ ਦੇਖਿਓ ਕਿਵੇਂ ਡਿੱਗਦੇ ਸਾਰੇ ਫਿਰ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਣ ਨੂੰ 239 ਵਰੇ ਲੱਗੇ ਨੇ। ਆਪ ਸ਼ਬਦਾ ਅਵਤਾਰ ਨਿਰੰਕਾਰ ਜੀ ਆਪ ਨੇ। 3 रूप है मोहे के सुनो नंद चित लाए, निर्गुण सरगुण शब्द। निर्गुण स्वरूप है जो व्यापक है, सरगुण जो 10 रूपां ने धारण कीते ने। शब्दावतार गुरु ग्रंथ साहिब जी ओही अकाल पुरख जी ने, सब कुछ है। बस एक विश्वास अपने अंदरों पहले ही खत्म सी ते वो खत्म करने वाले करी भी जा रहे। साडी कौम एकदम मगर लग जाती सारियां दे, कोई गल कह दो अज ही मगर लग जाती। चंगियां दे मगर कदे भी लगदे। जे असीं चंगी गल कहने आ सानू कहणगे ये झूठ कहंदा, ते जेड़ा गलत गल कहू ओनू कहंदे ये सच कहंदा। गुरु ग्रंथ साहिब महाराज सच्चे पातशाह दे विच लगा मात्रा औंकड़ दलैंकड़ सिहारी बिहारी हर एक चीज नू जे जिन्नी अपनी कौम है ये डरदी है किहड़ी गल्लों, संथ्या ना करनी पै जे किते। संथ्या तो सारे ही डरदे आ। आ तुसीं इन्ने इन्ने बजुर्ग हो गए सारे ना, पंथ दा हाल देख लो की आ हुण। इसे करके वो फिर की हो गया, किरपा नहीं हो रही तुहाडे ते। मर्यादा तो बिना किरपा नहीं होनी। एक जगह मैं कथा विच इह गल सुनाई भी सी। असीं कुदरती गड्डी विच जाइए ते गड्डी अगे खड्डे बड़े, उधरों छेती पहुंचना सी। एक फुरना जिहा आया मन दे विच भी मर्यादा रूपी सड़क दे उत्ते गड्डी चल सकदी आ। जे मर्यादा ही टुटी हुई है, मर्यादा दी संपूर्णता ही नहीं है, तां भावें 6 करोड़ की गड्डी होवे चल नहीं सकती। जे एडे एडे खड्डे होण कि टायर ही पूरा वड़ जाए उहदे विच। जे सड़क साफ होवे
फिर साइकिल उत्ते भी 40 किलोमीटर प्रति घंटा की स्पीड कढ़ लईदी है। मतलब कि मर्यादा ही मेन चीज़ है। अपनी जिन्नी संगत है मर्यादा नूं पिछे सुट्टी जाती, चलो ये की होण लगे, इहदे नाल की होण लगे। ਜਾਂ ਤਾਂ ਤੁਸੀਂ ਕਹੋ ਵੀ मैं मर्यादा ਛੱਡ के ब्रह्म ਗਿਆਨੀ बन गया, मैं मर्यादा ਛੱਡ के बहुत ਉੱਚੀ ਅਵਸਥਾ ਦਾ ਮਾਲਕ बन गया। मर्यादा ਨੂੰ ਤੋੜ ਕੇ ਤੁਸੀਂ ਕਿੱਥੇ ਤੱਕ ਠੀਕ ਰਹੇ ਹੋ। सतगुरां ने सानू सारा कुछ सिखाया। जिथे प्रारंभ होया गुरु अर्जन देव साहब जी महाराज ने सो बाबा बुढ़ा जी नूं बचन किया। पहला बचन हो गुरु अर्जन देव जी कोल आया सी मंजी साहब भी धीर मल ना पिरथी आ जिहड़ा ओहदा बेटा है वो नानक नाम कढ़ के उत्थे मेहरबान पाई जांदा है। बाणी तां इदां सारी मेहरबान दे नाम थल्ले हो जाऊगी। फिर आपां नूं ये जिल्द बन देनी चाहिए। महाराज जी कहते फिर बाणी सारी एकत्र करिए आपां जिथे जिथे भी है। उस वक्त सतगुरु अर्जन देव साहब महाराज जी ने बचन किया भी पोथियां जिहड़ियां ने गुरु अमरदास जी दे वड्डे साहिबजादे बाबा मोहन जी कोल गोविंदवाल साहब पईयां ने। कौन लैके आऊगा? भाई गुरदास जी एकदम उठे। गलती जदों सिख तो कराउंदे ने तां ओह किसी उदाहरण नूं बनाउणा हुंदा। गलती करदे नहीं सी ओह गलती। भाई गुरदास जी ने कहा मैं लियाउणा जी जाके। महाराज दा थोड़ा जिहा हासा निकलिया, वो किसी गलों निकलिया। गए पोथियां लैन, बाबा मोहन जी ने दरवाजा ही नहीं खोलिया, वापस आ गए। बाबा बुढ़ा जी कहते मैं लिया जाके। कहते अच्छा जी तुसी लियाओ बाबा जी। बाबा जी ने जाके वो जो पुराने दरवाजे पुराने बजुर्गों ने देखा, वो एक टेढ़ा जिहा अखर झूथा जिहियां हुंदियां सी, कहते उहनूं विचों खिच के कढ़ लेंदे, दरवाजा खुल जाता सी। बाबा जी ने दरवाजा पट के बाबा मोहन जी नूं समाधि च बैठिया नूं जाके मोढियां तो फड़ के जोर जोर दी हिलाया। बाबा मोहरी जी गुरु अमरदास जी के छोटे साहिबजादे दौड़ के आए। कह रहे महाराज जी क्यों बेड़ा गर्क कराउण लगे दुनिया का। इन्हां जे समाधि टुट गई ना, इन्हां जे कहता दुनिया गर्क बेड़ा गर्क सारा कुछ खत्म कर देणगे। ना छेड़ो इन्हां नूं। बाबा बुढ़ा जी वापस गए। बाबा जी कहते भाई दोनों ने नहीं बाणी लियांदी तुसीं। कहने महाराज जी वो हिले ही नहीं आए नहीं। कहने नहीं भाई एक शिक्षा देनी सी। भाई साहब भाई गुरदास जी ने कहा मैं लियाउणा, तुसीं कहा मैं लियाउणा। कहने जिहड़े बंदे च मैं आ उहनूं बाणी नहीं मिल सकती। पहली गल तो यह है अपने अज ते च रिवाज ही हो गया ना, मैं गया मैं कीता मैं कर दियांगा। थोनू केड़ा केड़ा फड़ फड़ कल्ले कल्ले नूं समझावे वो मैं ना ज्यादा करया करो। दासा भाव भी हिरदे च धारिया करो। दास दरबार साहब जो अपना दर्शन ड्यूटी साहब लंघ के 84 कदम चल के दरबार साहब के अंदर एंटर होने तो पहला खड़ के उत्ते देखो सोने के पत्रे ते की लिखिया, टहल करवाई दास रणजीत सिंह पासों। टहल करवाई दास रणजीत सिंह पासों। महाराजा रणजीत सिंह जी अपने कोल तो उन्होंने कुछ है भी नहीं। वो महाराजा रणजीत सिंह जी किन्ना दासा भाव धारण करते। एक बारी मुसलमाना ने कहा भी साड़ी भी सोहनी बना दो मस्जिद। कहते लो जी जिन्ना मर्जी सोना ला लो। एक मंदिर वाले कहते हुण साडा भी बना दो। कहते लो जी। वो वितकरा नहीं सी करते। रौ विचार महाराजा रणजीत सिंह जी ने इन्नी सेवा करवा के दरबार साहब दी, पटना साहब दी, एक होर स्थान दी, हजूर साहब दी, हमेशा अपने आप को दासा भाव विच रखिया। नवाब कपूर सिंह जी ने किन्ना दासा भाव रखिया। जब नवाबी देन लगे कहते ना ना सिंघो मैं नहीं लैंदा नवाबी, मैं की करनी आ। कहते लै लो जी इन्नी वधिया खिलत मिल रही है। कहते सिंघो आ जिहड़ा मैं पक्खा करदा संगत नूं फिर रह जाऊगा। सिंघो जिहड़े मैं घोड़ियां नूं नवाउणा लिद्द हटाउणा वो रह जाऊगी। झूठे भांडे नहीं तुसीं मांजण देने, मैं नहीं लैणी नवाबी। समझा बुझा के ਸਿੰਘਾਂ ने कहा असीं ना तो पखे तो रोकीए, ना भांडे मांजन तो रोकीए, ना घोड़े नवाउण लिद्द हटाउण तो रोकीए। तुसीं एक बार नवाबी ले लो।
ਪੁਰਾਣੇ ਸਿੰਘਾਂ ਦੀ ਇਹ ਹਾਲਤ ਹੁੰਦੀ ਸੀ ਕਿ ਨਵਾਬੀ ਵੀ ਹੈ ਪਰ ਨਹੀਂ ਵੀ ਹੈ। ਅੰਦਰ ਉਹ ਆਕੜ ਦਾ ਕੀੜਾ ਨਹੀਂ ਸੀ ਵੜਦਾ ਉਹਨਾਂ ਦੇ ਵਿੱਚ, ਹੰਕਾਰ ਨਹੀਂ ਸੀ ਆਉਂਦਾ ਸਿੰਘਾਂ ਨੂੰ। ਹੁਣ ਤੇ ਮਾੜੀ ਜੀ ਗੱਲ ਹੈ ਹੋ ਜਾਂਦੀ ਤੇ ਫਿਰ ਹੰਕਾਰ ਹੀ ਹੰਕਾਰ ਹੁੰਦਾ। ਇਸ ਕਰਕੇ ਸਤਿਗੁਰਾਂ ਨੇ ਜਿਹੜੀਆਂ ਮਰਿਆਦਾਵਾਂ ਆਪਾਂ ਨੂੰ ਬਖਸ਼ਿਸ਼ ਕੀਤੀਆਂ, ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਆ, ਉਹਨਾਂ ਨੇ ਕਿਹਾ ਸੀ ਵੀ ਹੰਕਾਰ ਨਾਲ ਬਾਣੀ ਪ੍ਰਾਪਤ ਨਹੀਂ ਹੋ ਸਕਦੀ। ਫਿਰ ਆਪ ਗਏ, ਜਦੋਂ ਸਤਿਗੁਰੂ ਮਹਾਰਾਜ ਜੀ ਪਹੁੰਚੇ ਸ੍ਰੀ ਗੋਇੰਦਵਾਲ ਸਾਹਿਬ, ਜਾ ਕੇ ਥੱਲੇ ਹੀ ਬੈਠ ਗਏ। ਉਸ ਵਕਤ ਜਾ ਕੇ ਸਾਧਨ ਜਿਹੜੇ ਸੀਗੇ ਤੰਬੂਰਾ ਵਗੈਰਾ ਜੋੜੀ ਵਜਾ ਕੇ ਸ਼ਬਦ ਪੜਿਆ, ਮੇਰੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਸ਼ਬਦ ਪੜਿਆ, ਸਾਰਾ ਸ਼ਬਦ ਪੜਿਆ। ਉਸ ਤੋਂ ਤਾਂ ਪਰਮੇਸ਼ਰ ਦੀ ਕੀਤੀ, ਪਰ ਮੋਹਨ ਜੀ ਨੂੰ ਵੀ ਨਾਲ ਪ੍ਰਸੰਨ ਕੀਤਾ। ਮੋਹਨ ਜੀ ਦੀ ਸਮਾਧੀ ਸ਼ਬਦ ਨਾਲ ਹੀ ਖੁੱਲ ਗਈ। ਦੇਖੋ, ਸਮਾਧੀ ਸ਼ਬਦ ਨਾਲ ਹੀ ਲੱਗਦੀ ਹੁੰਦੀ ਆ ਤੇ ਸ਼ਬਦ ਸੁਣਨ ਨਾਲ ਹੀ ਖੁੱਲਦੀ ਹੁੰਦੀ ਹੈ। ਸ਼ਬਦ ਨਾਲ ਜਦੋਂ ਸਮਾਧੀ ਖੁੱਲੀ, ਬਾਬਾ ਮੋਹਨ ਜੀ ਨੂੰ ਬਚਨ ਸੀ ਵੀ ਜਦੋਂ ਤੁਸੀਂ ਪੋਥੀਆਂ ਲੈਣ ਗੁਰੂ ਅਰਜਨ ਦੇਵ ਜੀ ਆਉਣਗੇ, ਤੁਹਾਡੇ ਪੇਟ ਦਾ ਫਾਰਾ ਉਦੋਂ ਜਾਵੇਗਾ ਜਦੋਂ ਤੁਸੀਂ ਉਹਨਾਂ ਦੇ ਚਰਨੀ ਹੱਥ ਲਾਓਗੇ। ਹੰਕਾਰ ਨੇ ਕੀਤਾ ਸੀ ਕੰਮ ਖਰਾਬ। ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਸੌਂਪੀ ਤੀਜੇ ਪਾਤਸ਼ਾਹ ਨੇ, ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲ ਦਿੱਤਾ, ਤਿਲਕ। ਉਸ ਵਕਤ ਮਹਾਰਾਜ ਨੇ ਦੇਖਿਆ, ਬਾਬਾ ਬੁੱਢਾ ਜੀ ਨੇ ਸਭ ਤੋਂ ਪਹਿਲਾਂ ਮੱਥਾ ਟੇਕਣਾ ਸਤਿਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਬੇਟਾ, ਬਾਬਾ ਮੋਹਨ ਜੀ ਨੂੰ ਕਹਿੰਦੇ, ਤੁਸੀਂ ਵੀ ਹੁਣ ਮੱਥਾ ਟੇਕੋ। ਬੜਾ ਉਹਨਾਂ ਨੂੰ ਥੋੜਾ ਗੁੱਸਾ ਸੀ। ਬਾਬਾ ਸ਼੍ਰੀ ਚੰਦ ਵੀ ਇਹੀ ਗੁੱਸਾ ਆਇਆ ਸੀ। ਬਾਬਾ ਦਾਤੂ ਜੀ ਨੂੰ ਵੀ ਸਾਡੀ ਜਾਇਦਾਦ ਸੀ, ਇਹ ਬਗਾਨੇ ਨੂੰ ਦੇਤੀ। ਹੁਣ ਇਹਨਾਂ ਨੂੰ ਸਮਝ ਨਹੀਂ ਸੀ ਵੀ ਇਹ ਜਾਇਦਾਦ ਜਿਹੜੀ ਹੈ ਗੁਰੂ ਘਰ ਦੀ ਹੈ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਦੀ ਚੀਜ਼ ਹੈ। ਉਸ ਵਕਤ ਬਾਬਾ ਮੋਹਨ ਜੀ ਕਹਿੰਦੇ, ਮੈਂ ਤਾਂ ਨਹੀਂ ਟੇਕਦਾ ਮੱਥਾ, ਇਹ ਤਾਂ ਬਾਹਰੋਂ ਆਏ ਆ, ਠੀਕ ਹੈ, ਇਸ ਗੁਰੂ ਇੱਥੇ ਆ ਕੇ ਜਵਾਈ ਬਣੇ ਸਾਡੇ, ਪਰ ਇਹ ਥੋੜੀ ਆ ਵੀ ਇਹਨਾਂ ਨੂੰ ਗੱਦੀ ਦੇ ਦਿਓ ਤੁਸੀਂ। ਮਹਾਰਾਜ ਕਹਿੰਦੇ, ਬੇਟਾ ਮੱਥਾ ਟੇਕੋ, ਬਚਨ ਮੰਨੀ ਦਾ ਹੁੰਦਾ। ਜਿਵੇਂ ਮੈਂ ਤੁਹਾਨੂੰ ਕਿਹਾ 7 ਬਚਨ ਕਹਿ ਲਿਆ ਕਰੋ, ਆਪਣੀਆਂ ਹੀ ਛੱਡੀ ਜਾਂਦੇ ਰਹਿੰਦੇ ਤੁਸੀਂ, ਆਪਣੀਆਂ ਹੀ ਦਿਮਾਗ ਦੀਆਂ ਛੁਰਲੀਆਂ ਛੱਡਦੇ ਰਹਿੰਦੇ ਵੀ ਅਸੀਂ ਸਿਆਣੇ ਆ। ਉਸ ਵਕਤ ਸਾਧ ਸੰਗਤ 3 ਵਾਰ ਬਚਨ ਹੋਇਆ, ਕਹਿੰਦੇ ਚੰਗਾ ਅਫਰਿਆ ਹੀ ਰਹੇਗਾ ਜਾਂ ਤੈਨੂੰ ਅਫਰਿਆ ਹੀ ਰਹੇਗਾ।